ਬੱਚਿਓ PAS ਦੀ ਤਿਆਰੀ ਲਈ 7ਵੀਂ ਕਲਾਸ ਦਾ ਸਾਇੰਸ ਵਿਸ਼ੇ ਦਾ ਦੂਸਰਾ ਪਾਠ ਜਿਸ ਦਾ ਨਾਮ ਹੈ ਜੰਤੂਆਂ ਵਿੱਚ ਪੋਸ਼ਣ, ਉਹਦੇ ਕੁਝ ਆਪਾਂ ਪ੍ਰਸ਼ਨ ਜਿਹੜੇ ਹੈਗੇ ਆ ਉਹ ਆਪਾਂ ਸਾਂਝੇ ਕਰਾਂਗੇ। ਤੋ ਜਿਸ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਅਮੀਬਾ ਵਿੱਚ ਭੋਜਨ ਦਾ ਅੰਤਰਗ੍ਰਹਿਣ ਕਿਸ ਦੁਆਰਾ ਹੁੰਦਾ ਹੈ। ਤਾਂ ਬੱਚਿਓ ਇਸ ਦਾ ਉੱਤਰ ਹੈਗਾ ਆਵਾਸੀ ਪੈਰ। ਸ਼ਾਇਦ ਤੁਸੀਂ ਜਿਹੜਾ ਪਾਠ ਪੜ੍ਹਿਆ ਸੀਗਾ ਉਹਦੇ ਵਿੱਚ ਤੁਹਾਨੂੰ ਅਮੀਬਾ ਦੇ ਆਵਾਸੀ ਪੈਰ ਜਿਹੜੇ ਅਮੀਬਾ ਦੇ ਆ ਉਹਨਾਂ ਬਾਰੇ ਦੱਸਿਆ ਗਿਆ ਸੀ, ਜਿਹੜੇ ਕਿ ਬਾਹਰਲੇ ਭੋਜਨ ਨੂੰ ਆਪਣੇ ਵਿੱਚ ਲੈ ਜਾਂਦੇ ਆ ਅਤੇ ਉਹ ਰਸਦਾਨੀ ਵਿੱਚ ਲੈ ਜਾਂਦੇ, ਭੋਜਨ ਰਸਦਾਨੀ 'ਚ। ਤਾਂ ਇਹ ਪਹਿਲੇ ਦਾ ਉੱਤਰ ਹੈ ਆੜਾ ਭਾਵ ਆਵਾਸੀ ਪੈਰ। ਦੂਸਰਾ ਪ੍ਰਸ਼ਨ ਹੈ ਰਸ ਅੰਕੁਰ ਕਿੱਥੇ ਮਿਲਦੇ ਹਨ। ਬੱਚਿਓ ਰਸ ਅੰਕੁਰ ਆਪਣੀ ਛੋਟੀ ਆਂਦਰ ਦੇ ਵਿੱਚ ਹੁੰਦੇ ਆ, ਤਾਂ ਜਿਨ੍ਹਾਂ ਦਾ ਕੰਮ ਹੈ ਭੋਜਨ ਦਾ ਸੋਖਣ ਕਰਨਾ ਅਤੇ ਉਸ ਰਸ ਦਾ ਸੋਖਣ ਕਰਕੇ ਇਹਨੇ ਖੂਨ ਵਿੱਚ ਪਹੁੰਚਾ ਦੇਣਾ। ਤੀਸਰਾ ਪ੍ਰਸ਼ਨ ਹੈ ਕਿ ਰੈਕਟਮ ਦਾ ਕੀ ਕੰਮ ਹੈ। ਇਹ ਸਾਡੀ ਵੱਡੀ ਆਂਦਰ ਦਾ ਹਿੱਸਾ ਹੁੰਦਾ ਹੈ, ਇੱਥੇ ਪਾਣੀ ਦਾ ਸੋਖਣ ਕੀਤਾ ਜਾਂਦਾ ਹੈ, ਇਸ ਲਈ ਤੀਸਰੇ ਦਾ ਉੱਤਰ ਈੜੀ ਹੈ। ਚੌਥਾ ਪ੍ਰਸ਼ਨ ਹੈ ਵੀ ਲਾਰ ਗ੍ਰੰਥੀ ਕਿੱਥੇ ਹੁੰਦੀ ਹੈ। ਬੱਚਿਓ ਲਾਰ ਗ੍ਰੰਥੀ ਆਪਣੀ ਮੂੰਹ ਖੋੜ ਦੇ ਆਸ-ਪਾਸ ਹੁੰਦੀਆਂ ਹਨ। 3 ਜੋੜੀ ਲਾਰ ਗ੍ਰੰਥੀਆਂ ਹੁੰਦੀਆਂ ਜਿਹੜੀਆਂ ਕਿ ਆਪਣਾ ਰਸ ਜੀਭ ਦੇ ਹੇਠਲੇ ਪਾਸੇ 'ਚ ਛੱਡਦੀਆਂ ਹਨ। ਪੰਜਵਾਂ ਪ੍ਰਸ਼ਨ ਹੈ ਕਿ ਪ੍ਰੋਟੀਨ ਦੀਆਂ ਕਿਹੜੀਆਂ ਉਪਜਾਂ ਹਨ ਇਹਨਾਂ 'ਚੋਂ। ਤਾਂ ਪੰਜਵੇਂ ਦਾ ਉੱਤਰ ਇਹਦੇ 'ਚੋਂ ਆੜਾ ਹੈ, ਜਿਹਨੂੰ ਆਪਾਂ ਐਮੀਨੋ ਐਸਿਡ ਕਹਿੰਦੇ ਹਾਂ। ਪ੍ਰੋਟੀਨ ਇੱਕ ਗੁੰਝਲਦਾਰ ਪਦਾਰਥ ਹੈ, ਪਰ ਇਹ ਜਦੋਂ ਇੱਕ ਸਰਲ ਪਦਾਰਥ ਭਾਵ ਐਮੀਨੋ ਐਸਿਡ ਵਿੱਚ ਬਦਲ ਜਾਂਦਾ ਹੈ ਤਾਂ ਇਹ ਪਚਨਸ਼ੀਲ ਹੁੰਦਾ ਹੈ। ਤਾਂ ਇਸ ਕਰਕੇ ਪ੍ਰੋਟੀਨ ਦੀ ਉਪਜ ਕਿਹੜੀ ਹੈ, ਐਮੀਨੋ ਐਸਿਡ। ਛੇਵਾਂ ਪ੍ਰਸ਼ਨ ਹੈ ਕਿ ਸਟਾਰਚ ਦਾ ਪਾਚਨ ਕਿੱਥੇ ਸ਼ੁਰੂ ਹੁੰਦਾ ਹੈ। ਬੱਚਿਓ ਇਸ ਦਾ ਉੱਤਰ ਊੜਾ ਹੈ, ਭਾਵ ਸਟਾਰਚ ਦਾ ਪਾਚਨ ਆਪਣੇ ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਕਿ ਛੋਟੀ ਆਂਦਰ ਦੀ ਲੰਬਾਈ ਦੱਸਣੀ ਹੈ ਲਗਭਗ ਕਿੰਨੀ ਹੁੰਦੀ ਹੈ। ਇਹ 7.5 ਮੀਟਰ ਹੈ, ਇਸ ਲਈ 7ਵੇਂ ਦਾ ਉੱਤਰ ਆੜਾ ਹੈਗਾ। ਵੈਸੇ 7 ਤੋਂ 7.5 ਮੀਟਰ ਕਹਿ ਦਿੰਦੇ ਇਹਨੂੰ ਆਪਾਂ, ਪਰ ਫਿਰ ਵੀ ਆਪਾਂ ਇੱਥੇ ਜਿਹੜਾ ਆੜਾ ਆਪਸ਼ਨ ਹੈ ਇਹ ਸਹੀ ਮੰਨਾਂਗੇ। 8ਵਾਂ ਪ੍ਰਸ਼ਨ ਹੈ ਕਿ ਮੈਦਾ ਕਿਸ ਸ਼ਕਲ ਦਾ ਹੁੰਦਾ ਹੈ। ਤਾਂ ਮੈਦੇ ਦੀ ਤੁਹਾਨੂੰ ਜਿਹੜੀ ਸ਼ਕਲ ਹੈਗੀ ਆ ਉਹ ਜੇ ਆਕਾਰ ਦੀ ਹੁੰਦੀ ਹੈ, ਇਸ ਲਈ ਇਸ ਦਾ ਉੱਤਰ ਸੱਸਾ ਹੈਗਾ 8ਵੇਂ ਦਾ। ਹੁਣ ਆਪਣੇ ਕੋਲ ਆ ਜਾਂਦਾ 9ਵਾਂ ਪ੍ਰਸ਼ਨ, ਮਨੁੱਖ ਵਿੱਚ ਸੂਏ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਹੈ। ਇਹ ਹਰ ਜਵਾੜੇ ਵਿੱਚ ਸੂਏ ਦੰਦ 2 ਹੁੰਦੇ ਆ ਅਤੇ ਆਪਣੇ 2 ਜਵਾੜੇ ਹੁੰਦੇ ਆ, ਇਸ ਲਈ ਇਹਨਾਂ ਦੀ ਗਿਣਤੀ 4 ਹੈ। ਤਾਂ 9ਵੇਂ ਦਾ ਉੱਤਰ ਊੜਾ ਹੈਗਾ। 10ਵਾਂ ਪ੍ਰਸ਼ਨ ਹੈ ਕਿ ਕਿਹੜਾ ਜੰਤੂ ਆਪਣਾ ਮੈਦਾ ਭੋਜਨ ਪ੍ਰਾਪਤ ਕਰਨ ਲਈ ਬਾਹਰ ਕੱਢ ਲੈਂਦਾ ਹੈ। ਬੱਚਿਓ ਇਸ ਦਾ ਉੱਤਰ ਹੈ ਈੜੀ, ਜਿਹਨੂੰ ਆਪਾਂ ਤਾਰਾ ਮੱਛੀ ਕਹਿੰਦੇ ਹਾਂ। ਤਾਂ ਤਾਰਾ ਮੱਛੀ ਆਪਣਾ ਮੈਦਾ ਹੀ ਬਾਹਰ ਕੱਢ ਲੈਂਦੀ ਹੈ ਸਮੁੰਦਰ ਦੇ ਵਿੱਚ। ਅਤੇ 11ਵਾਂ ਪ੍ਰਸ਼ਨ ਹੈ ਕਿ ਤਿਤਲੀ ਕਿਸ ਵਿਧੀ ਰਾਹੀਂ ਆਪਣਾ ਭੋਜਨ ਗ੍ਰਹਿਣ ਕਰਦੀ ਹੈ। ਤਾਂ ਇਸ ਦਾ ਉੱਤਰ ਆੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਚੂਸਣਾ, ਕਿਉਂਕਿ ਤਿਤਲੀ ਫੁੱਲਾਂ ਤੋਂ ਰਸ ਚੂਸਦੀ ਹੈ। 12ਵਾਂ ਪ੍ਰਸ਼ਨ ਹੈ ਕਿ ਪ੍ਰੋਟੀਨ ਦਾ ਪਾਚਨ ਕਿੱਥੇ ਸ਼ੁਰੂ ਹੁੰਦਾ ਹੈ। ਤਾਂ ਪ੍ਰੋਟੀਨ ਦਾ ਪਾਚਨ ਆਪਣੇ ਮੈਦੇ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ, ਇਸ ਕਰਕੇ 12ਵੇਂ ਦਾ ਉੱਤਰ ਜਿਹੜਾ ਊੜਾ ਹੈ। 13ਵਾਂ ਪ੍ਰਸ਼ਨ ਹੈ ਕਿ ਪਿੱਤ ਰਸ ਕਿੱਥੇ ਪੈਦਾ ਹੁੰਦਾ ਹੈ। ਤਾਂ ਪਿੱਤ ਰਸ ਜਿਹੜਾ ਆਪਣੇ ਜਿਗਰ ਵਿੱਚ ਬਣਦਾ ਹੈ। ਤਾਂ ਆਮ ਤੌਰ 'ਤੇ ਜਿਹੜੀ ਆਪਾਂ ਚਰਬੀ ਖਾਂਦੇ ਹਾਂ ਉਹਨੂੰ ਪਚਾਉਣ ਦੇ ਲਈ ਇਹ ਪਿੱਤ ਰਸ ਜ਼ਰੂਰੀ ਹੁੰਦਾ ਹੈ ਅਤੇ ਪਿੱਤੇ ਵਿੱਚ ਇਹ ਜਮ੍ਹਾਂ ਰਹਿੰਦਾ ਹੈ। 14ਵਾਂ ਪ੍ਰਸ਼ਨ ਹੈ ਕਿ ਮਨੁੱਖ ਦੇ ਦੰਦਾਂ ਦਾ ਪਹਿਲਾ ਸੈੱਟ ਲਗਭਗ ਕਿੰਨੇ ਸਾਲ ਦੀ ਉਮਰ ਵਿੱਚ ਨਿਕਲ ਜਾਂਦਾ ਹੈ। ਤਾਂ ਇਸ ਦਾ ਸਮਾਂ 5 ਤੋਂ 6 ਸਾਲ ਹੈਗਾ। ਉਸ ਸਮੇਂ ਦੌਰਾਨ ਜਿਹੜਾ ਆਪਣਾ ਇਹ ਸੈੱਟ ਜਿਹੜਾ ਹੈਗਾ, ਉਸ ਤੋਂ ਬਾਅਦ 'ਚ ਨਵੇਂ ਜਿਹੜੇ ਆਪਣੇ ਦੰਦ ਹੈਗੇ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਆ। ਤਾਂ ਜਿਹੜੇ ਜਿਹੜਾ ਪਹਿਲਾ ਸੈੱਟ ਹੁੰਦਾ ਉਹਨੂੰ ਆਪਾਂ ਦੁੱਧ ਦੇ ਦੰਦ ਵੀ ਕਹਿੰਦੇ ਹੈਗੇ ਆ, ਜਿਹੜੇ ਕਿ ਗਿਣਤੀ ਵਿੱਚ 20 ਹੁੰਦੇ ਆ। ਫਿਰ ਆਪਣਾ ਜਿਹੜਾ ਅਗਲਾ ਪ੍ਰਸ਼ਨ ਹੈ ਕਿ ਹਿਚਕੀ ਕਿਉਂ ਆਉਂਦੀ ਹੈ। ਤਾਂ ਬੱਚਿਓ ਇਸ ਦਾ ਉੱਤਰ ਆੜਾ ਹੈਗਾ ਕਿ ਭੋਜਨ ਕਣਾਂ ਦੇ ਮੈਦੇ ਵਿੱਚ ਜਾਣ ਕਾਰਨ। ਦੇਖੋ ਜਦੋਂ ਆਪਣੇ ਜਿਹੜਾ ਮੈਦਾ ਹੈ ਉਸ ਦੇ ਉੱਪਰ ਪੇਟ ਪਰਦਾ ਹੁੰਦਾ ਹੈ, ਤਾਂ ਪੇਟ ਪਰਦਾ ਜਿਹੜਾ ਹੈਗਾ ਜਦੋਂ ਮੈਦੇ ਵਿੱਚ ਭੋਜਨ ਜਾਂਦਾ ਹੈ ਤਾਂ ਮੈਦੇ ਵਿੱਚ ਭੋਜਨ ਦੀ ਡਿਸਟਰਬੈਂਸ ਹੁੰਦੀ ਹੈ ਜਾਣ ਵੇਲੇ, ਤਾਂ ਜਿਹੜਾ ਪੇਟ ਪਰਦਾ ਜਿਹਨੂੰ ਡਾਇਫਰਾਮ ਕਹਿੰਦੇ ਆ ਉਹਦੇ 'ਤੇ ਵੀ ਅਸਰ ਪੈਂਦਾ ਹੈ। ਡਾਇਫਰਾਮ ਜਿਹੜਾ ਹੈਗਾ ਉਹਦੇ ਨਾਲ ਆਪਣੀ ਜਿਹੜੀ ਸਾਹ ਨਲੀ ਹੈ ਉੱਥੋਂ ਤੱਕ ਇਸ ਦਾ ਅਸਰ ਜਾਂਦਾ ਹੈਗਾ, ਤਾਂ ਜਿਸ ਨਾਲ ਆਪਾਂ ਨੂੰ ਹਿਚਕੀ ਆਉਂਦੀ ਹੈਗੀ ਹੈ। ਤਾਂ ਇਸ ਤਰ੍ਹਾਂ ਆਪਣਾ ਜਿਹੜਾ ਇਹ ਹਿਚਕੀ ਵਾਲਾ ਪ੍ਰਸ਼ਨ ਸੀਗਾ
ਤਾਂ 16ਵਾਂ ਪ੍ਰਸ਼ਨ ਜਿਹੜਾ ਆਪਣਾ ਹੈਗਾ ਉਹ ਹੈ ਕਿ ਪੌਦੇ ਆਪਣਾ ਭੋਜਨ ਕਿਸ ਵਿਧੀ ਰਾਹੀਂ ਤਿਆਰ ਕਰਦੇ ਹਨ। ਸੌਖੀ ਜਿਹੀ ਵਿਧੀ ਹੈ ਜਿਹਨੂੰ ਆਪਾਂ ਪ੍ਰਕਾਸ਼ ਸੰਸਲੇਸ਼ਨ ਵਿਧੀ ਕਹਿੰਦੇ ਹਾਂ। 17ਵਾਂ ਪ੍ਰਸ਼ਨ ਹੈ ਕਿ ਤਾਰਾ ਮੱਛੀ ਦਾ ਕਵਚ ਕਿਸ ਦਾ ਬਣਿਆ ਹੁੰਦਾ ਹੈ। ਇਹਦਾ ਉੱਤਰ ਹੈਗਾ ਸੱਸਾ ਭਾਵ ਕੈਲਸ਼ੀਅਮ ਕਾਰਬੋਨੇਟ। 18ਵਾਂ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਪਾਚਨ ਪ੍ਰਣਾਲੀ ਦਾ ਅੰਗ ਨਹੀਂ ਹੈ। ਤਾਂ ਇਹਦੇ ਵਿੱਚੋਂ ਜਿਗਰ, ਛੋਟੀ ਆਂਦਰ ਅਤੇ ਵੱਡੀ ਆਂਦਰ ਇਹ ਆਪਣੀ ਮਨੁੱਖੀ ਪਾਚਨ ਪ੍ਰਣਾਲੀ ਦੇ ਅੰਗ ਹੈਗੇ ਹੈ, ਜਦ ਕਿ ਗੁਰਦਾ ਇਸ ਦਾ ਹਿੱਸਾ ਨਹੀਂ ਹੈਗਾ ਗਾ। ਗੁਰਦਾ ਜਿਹੜਾ ਆਪਣੇ ਮਲ ਤਿਆਗ ਪ੍ਰਣਾਲੀ ਦਾ ਹਿੱਸਾ ਹੈ, ਇਸ ਲਈ 18ਵੇਂ ਦਾ ਉੱਤਰ ਸੱਸਾ ਆਵੇਗਾ। 19ਵਾਂ ਹੈਗਾ ਕਿ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ, ਤਾਂ ਜਿਗਰ ਹੈ, ਭਾਵ 19ਵੇਂ ਦਾ ਉੱਤਰ ਆੜਾ ਹੈਗਾ। 20ਵਾਂ ਪ੍ਰਸ਼ਨ ਹੈ ਕਿ ਭੋਜਨ ਦਾ ਪਾਚਨ ਕਿਸ ਅੰਗ ਤੋਂ ਸ਼ੁਰੂ ਹੁੰਦਾ ਹੈ। ਤਾਂ ਬੱਚਿਓ ਭੋਜਨ ਦਾ ਪਾਚਨ ਆਪਣੇ ਮੂੰਹ ਖੋੜ ਤੋਂ ਹੀ ਸ਼ੁਰੂ ਹੋ ਜਾਂਦਾ, ਕਿਉਂਕਿ ਮੂੰਹ ਦੇ ਵਿੱਚ ਸਟਾਰਚ ਦਾ ਪਾਚਨ ਸ਼ੁਰੂ ਹੋ ਜਾਂਦਾ। ਤਾਂ 21ਵਾਂ ਪ੍ਰਸ਼ਨ ਹੈ ਕਿ ਦੁੱਧ ਵਾਲੇ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਹੈ। ਤਾਂ ਇਹ ਲਗਭਗ ਨਹੀਂ, ਇਹਨਾਂ ਦੀ ਪੱਕੀ ਗਿਣਤੀ ਹੁੰਦੀ ਹੈ, ਇਹ 20 ਹੁੰਦੀ ਹੈ ਗਿਣਤੀ ਇਹਨਾਂ ਦੀ। ਫਿਰ ਇਹ ਹੈ ਕਿ ਮਨੁੱਖੀ ਦੰਦਾਂ ਦੀਆਂ ਕੰਮ ਦੇ ਆਧਾਰ 'ਤੇ ਕਿੰਨੀਆਂ ਕਿਸਮਾਂ ਹਨ। ਤਾਂ ਇਹਦੀਆਂ 4 ਕਿਸਮਾਂ ਹੈਗੀਆਂ। ਤਾਂ ਇਸ ਲਈ 22ਵੇਂ ਦਾ ਉੱਤਰ ਈੜੀ ਹੈ। ਇਸੇ ਤਰ੍ਹਾਂ ਹੁਣ ਆਪਣੇ ਕੋਲ 23ਵਾਂ ਪ੍ਰਸ਼ਨ ਹੈ ਕਿ ਮਨੁੱਖ ਵਿੱਚ ਸਥਾਈ ਦੰਦਾਂ ਦੀ ਕਿੰਨੀ ਗਿਣਤੀ ਹੈ। ਤਾਂ ਸਥਾਈ ਦੰਦ ਭਾਵ ਜਿਹੜੇ ਦੁੱਧ ਦੇ ਦੰਦਾਂ ਤੋਂ ਬਾਅਦ ਆਉਂਦੇ ਆਪਣੇ ਹੈਗੇ, ਉਹਨਾਂ ਦੀ ਗਿਣਤੀ 32 ਹੈ। ਉਸ ਤੋਂ ਅੱਗੇ 24ਵਾਂ ਪ੍ਰਸ਼ਨ ਹੈ ਕਿ ਸਟਾਰਚ ਦੀ ਪਰਖ ਲਈ ਕਿਸ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਸਟਾਰਚ ਦੀ ਪਰਖ ਲਈ ਆਇਓਡੀਨ ਘੋਲ ਦੀ ਵਰਤੋਂ ਹੁੰਦੀ ਹੈ। 25ਵਾਂ ਪ੍ਰਸ਼ਨ ਹੈ ਕਿ ਮਨੁੱਖੀ ਜੀਭ ਉੱਤੇ ਸਵਾਦ ਦੇ ਕਿੰਨੇ ਖੇਤਰ ਹੁੰਦੇ ਹਨ। 4 ਖੇਤਰ ਹੁੰਦੇ ਆ, ਮਿੱਠਾ, ਨਮਕੀਨ, ਕੌੜਾ ਅਤੇ ਖੱਟਾ। ਉਹਨਾਂ ਚਾਰਾਂ ਦੇ ਖੇਤਰ ਜੀਭ ਉੱਤੇ ਸਥਿਤ ਹੁੰਦੇ ਆ, ਇਸ ਲਈ 25ਵੇਂ ਦਾ ਉੱਤਰ ਊੜਾ ਹੈ। 26ਵਾਂ ਪ੍ਰਸ਼ਨ ਹੈ ਕਿ ਹਾਈਡਰੋਕਲੋਰਿਕ ਐਸਿਡ ਕਿੱਥੇ ਪੈਦਾ ਹੁੰਦਾ ਹੈ। ਦੇਖੋ ਹਾਈਡਰੋਕਲੋਰਿਕ ਐਸਿਡ ਆਪਣੇ ਜਿਹੜਾ ਮੈਦਾ ਹੈਗਾ ਉਸ ਦੇ ਵਿੱਚ ਪੈਦਾ ਹੁੰਦਾ ਅਤੇ ਉੱਥੇ ਹੀ ਇਹ ਸਟੋਰ ਹੁੰਦਾ। 27ਵਾਂ ਪ੍ਰਸ਼ਨ ਹੈ ਕਿ ਪਿੱਤ ਰਸ ਕਿਸ ਦੇ ਪਾਚਨ ਵਿੱਚ ਸਹਾਇਤਾ ਕਰਦਾ ਹੈ। ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ। 27ਵੇਂ ਦਾ ਉੱਤਰ ਊੜਾ ਹੈ, ਚਰਬੀ। 28ਵਾਂ ਪ੍ਰਸ਼ਨ ਹੈ ਕਿ ਲੁੱਬਾ ਦਾ ਰੰਗ ਕਿਹੋ ਜਿਹਾ ਹੁੰਦਾ। ਆਪਣੀ ਲੁੱਬਾ ਗ੍ਰੰਥੀ ਹੁੰਦੀ ਹੈ, ਵੈਸੇ ਇਸ ਦਾ ਰੰਗ ਗੁਲਾਬੀ ਹੁੰਦਾ, ਪਰ ਆਪਾਂ ਲਾਲ ਭਾ ਮਾਰਦਾ ਵੀ ਇਸ ਨੂੰ ਕਹਿ ਸਕਦੇ ਹਾਂ, ਇਸ ਲਈ 28ਵੇਂ ਦਾ ਉੱਤਰ ਊੜਾ। 29ਵਾਂ ਪ੍ਰਸ਼ਨ ਹੈ ਕਿ ਵੱਡੀ ਆਂਦਰ ਦੀ ਲੰਬਾਈ ਕਿੰਨੀ ਹੁੰਦੀ ਹੈ। 1.5 ਮੀਟਰ। ਤਾਂ 29ਵੇਂ ਦਾ ਉੱਤਰ ਇਹ ਹੈਗਾ। ਇਸੇ ਤਰ੍ਹਾਂ ਜੇ ਹੁਣ ਆਪਾਂ ਅਗਲਾ 30ਵਾਂ ਪ੍ਰਸ਼ਨ ਦੇਖੀਏ ਤਾਂ ਉਹਦੇ 'ਚ ਆਪਾਂ ਨੂੰ ਦੱਸਿਆ ਗਿਆ ਕਿ ਇਹਨਾਂ 'ਚੋਂ ਚਾਰਾਂ 'ਚੋਂ ਦੱਸਣਾ ਵੀ ਕਿਹੜਾ ਸੂਖਮ ਜੀਵ ਹੈ। ਮਨੁੱਖ, ਅਮੀਬਾ, ਗਾਂ ਅਤੇ ਤਾਰਾ ਮੱਛੀ। ਇਸ ਦੇ ਵਿੱਚੋਂ ਆੜਾ ਅਮੀਬਾ ਜਿਹੜਾ ਹੈਗਾ ਉਹ ਸੂਖਮ ਜੀਵ ਹੈ। ਫਿਰ 31ਵਾਂ ਪ੍ਰਸ਼ਨ ਹੈ ਕਿ ਆਭਾਸੀ ਪੈਰ ਕਿਸ ਵਿੱਚ ਹੁੰਦੇ ਹਨ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਤਾਂ 31ਵੇਂ ਦਾ ਊੜਾ ਹੈਗਾ, ਭਾਵ ਅਮੀਬਾ ਦੇ ਵਿੱਚ ਆਭਾਸੀ ਪੈਰ ਹੁੰਦੇ ਆ, ਜਿਨ੍ਹਾਂ ਦਾ ਕੰਮ ਹੈ ਭੋਜਨ ਨੂੰ ਗ੍ਰਹਿਣ ਕਰਨਾ, ਅੰਤਰ ਗ੍ਰਹਿਣ। 32ਵਾਂ ਪ੍ਰਸ਼ਨ ਹੈ ਕਿ ਪਾਣੀ ਦਾ ਸੋਖਣ ਕਿਸ ਅੰਗ ਦੁਆਰਾ ਹੁੰਦਾ ਹੈ। ਤਾਂ ਪਾਣੀ ਦਾ ਸੋਖਣ ਸਾਡੀ ਵੱਡੀ ਆਂਦਰ ਦੇ ਵਿੱਚ ਰੈਕਟਮ ਸਥਿਤ ਹੁੰਦਾ, ਉਹਦੇ ਰਾਹੀਂ ਹੁੰਦਾ, ਇਸ ਲਈ 32ਵੇਂ ਦਾ ਉੱਤਰ ਸੱਸਾ ਆਵੇਗਾ। 33ਵਾਂ ਪ੍ਰਸ਼ਨ ਹੈ ਕਿ ਚਰਬੀ ਦਾ ਸੰਪੂਰਨ ਪਾਚਨ ਕਿਸ ਅੰਗ ਦੁਆਰਾ ਹੁੰਦਾ ਹੈ। ਛੋਟੀ ਆਂਦਰ ਰਾਹੀਂ। ਅਤੇ ਉਸ ਤੋਂ ਬਾਅਦ 'ਚ ਹੈ ਕਿ 34ਵਾਂ ਪ੍ਰਸ਼ਨ ਹੈ ਕਿ ਮੈਦੇ ਦੀ ਕਾਰਜ ਪ੍ਰਣਾਲੀ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਸੀ। US ਆਰਮੀ ਦੇ ਵਿੱਚ ਇਹ ਵਿਗਿਆਨੀ ਸੀਗਾ, ਜਿਹਨੂੰ ਵਿਲੀਅਮ ਬਿਊਮਾਂਟ ਕਿਹਾ ਜਾਂਦਾ ਹੈ। ਤਾਂ 34ਵੇਂ ਦਾ ਉੱਤਰ ਹੈਗਾ ਸੱਸਾ। 35ਵਾਂ ਪ੍ਰਸ਼ਨ ਹੈ ਕਿ ਮਿਊਕਸ ਕਿੱਥੇ ਹੁੰਦਾ ਹੈ। ਮੈਦੇ ਦੀ ਅੰਦਰਲੀ ਸਤ੍ਹਾ 'ਤੇ। 36ਵਾਂ ਪ੍ਰਸ਼ਨ ਹੈ ਕਿ ਸੈਲੂਲੋਜ਼ ਦੀ ਮਾਤਰਾ ਕਾਫੀ ਹੁੰਦੀ ਹੈ ਇਹਨਾਂ 'ਚੋਂ ਕਿਹਦੇ ਵਿੱਚ। ਘਾਹ ਦੇ ਵਿੱਚ ਹੁੰਦੀ ਹੈ। ਤਾਂ ਪੌਦਿਆਂ ਵਿੱਚ ਮੁੱਖ ਤੌਰ 'ਤੇ ਸੈਲੂਲੋਜ਼ ਹੁੰਦਾ। 36ਵੇਂ ਦਾ ਉੱਤਰ ਊੜਾ ਹੈਗਾ। 37ਵਾਂ ਹੈਗਾ ਕਿ ਲਾਰ ਕਿਸ ਦੁਆਰਾ ਪੈਦਾ ਹੁੰਦਾ ਹੈ। ਇਹ ਆਪਣੀ ਲਾਰ ਗ੍ਰੰਥੀ ਰਾਹੀਂ ਪੈਦਾ ਹੁੰਦਾ ਹੈਗਾ। ਇਸ ਤਰ੍ਹਾਂ ਅਗਲਾ ਪ੍ਰਸ਼ਨ ਹੈ ਕਿ ਰੂਮੀਨੈਂਟ ਜੰਤੂ ਕਿਹੜਾ ਹੈ। ਇਸ ਵਿੱਚੋਂ ਗਾਂ ਰੂਮੀਨੈਂਟ ਹੈ, ਕਿਉਂਕਿ ਇਹ ਜਿਹੜਾ ਚਾਰਾ ਖਾਂਦੀ ਹੈ ਸਿੱਧਾ ਨਹੀਂ ਪਚਦਾ। ਸਰੀਰ ਦੇ ਵਿੱਚ ਇੱਕ ਹਿੱਸਾ ਹੁੰਦਾ ਜਿਹਨੂੰ ਰਿਊਮਨ ਕਹਿੰਦੇ ਆ, ਉਹਦੇ ਵਿੱਚ ਇਹ ਜਮ੍ਹਾਂ ਹੋ ਜਾਂਦਾ ਆਰਜੀ ਤੌਰ 'ਤੇ, ਜੋ ਵੀ ਉਹ ਚਾਰਾ ਖਾਂਦੀ ਹੈ, ਅਤੇ ਬਾਅਦ ਦੇ ਵਿੱਚ ਉਹ ਚਾਰੇ ਨੂੰ ਮੂੰਹ ਵਿੱਚ ਹੌਲੀ ਹੌਲੀ ਲਿਆ ਕੇ ਉਹਨੂੰ ਚੱਬਦੀ ਹੈ ਬਾਰ-ਬਾਰ, ਜਿਸ ਨਾਲ ਉਹ ਪੂਰੀ ਤਰ੍ਹਾਂ ਪਚਨਸ਼ੀਲ ਹੁੰਦਾ ਹੈ। ਕਿਉਂਕਿ ਉਸ ਦੇ ਵਿੱਚ ਜਿਹੜਾ ਸੈਲੂਲੋਜ਼ ਹੁੰਦਾ ਇੰਨੀ ਜਲਦੀ ਨਹੀਂ ਉਹ ਪਚਦਾ। ਤਾਂ ਇਹ ਕੇਵਲ ਗਾਵਾਂ ਅਤੇ ਮੱਝਾਂ ਵਿੱਚ ਹੀ ਸੰਭਵ ਹੈ, ਇਸ ਲਈ ਉਹਨਾਂ ਨੂੰ ਰੂਮੀਨੈਂਟ ਜੰਤੂ ਕਿਹਾ ਜਾਂਦਾ। 39ਵਾਂ ਪ੍ਰਸ਼ਨ ਹੈ ਕਿ ਦਸਤ ਲਈ ਕਿਸ ਘੋਲ ਦੀ ਵਰਤੋਂ ਹੁੰਦੀ ਹੈ। ਬੱਚੋ ਇਸ ਦਾ ਉੱਤਰ ਹੈ ORS। ਆਮ ਤੌਰ 'ਤੇ ਡਾਕਟਰ ਕੋਲ ਜਾਂਦੇ ਹਾਂ ਜਦੋਂ ਆਪਾਂ ਨੂੰ ਕਿਤੇ
इस तरह की प्रॉब्लम आती है तो आपां नूं वो पाउच दिंदा ORS का। तो 40वां प्रश्न है कि परपोषी पोषण किस विच हुंदा है? तो इन्हां विचों सिर्फ मनुख है जिस विच परपोषी पोषण है, बाकी पौधे घाह ते गुलाब इन्हां विच स्वैपोषी पोषण है। तो बच्चों ये अपना जिहड़ा 7वीं क्लास का दूसरा पार्ट सीगा, उहदे ये प्रैक्टिस के प्रश्न सीगे। इन्हां नूं तुसीं बार बार देखना है, जे ना समझण आउण एक बारी